मैं मूर्ख की केतक बात है, कोट परादी तरिया रे। गुरु नानक जिन सुनिया पेखिया, से फिर गर्भास न परिया रे। सिख मत सब बुद्ध तुम्हारी, मंदिर छावा तेरे। तुद बिन अवर ना जाना मेरे साहिबा, गुण गावा नित तेरे। तुद बिन अवर ना जाना मेरे साहिबा, गुण गावा नित तेरे। सतनाम श्री वाहिगुरु साहिब जीओ। गर्भ करत है देह को, बिन सै छिन महमीत। जे प्राणी हर जस कहयो, नानक ते जग जीत। गर्भ करत है देह को, बिन सै छिन महमीत। जे प्राणी हर जस कहयो, नानक ते जग जीत। वाहिगुरू जी का खालसा, वाहिगुरू जी की फतेह। ਸਾਹਿਬਾਂ ਦੀ ਮੁਕੱਦਸ ਮੁਬਾਰਕ ਗੋਦ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਅੰਦਰ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਗੁਰਮੁਖ ਪਿਆਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਆਓ ਸਤਿਗੁਰੂ ਜੀ ਨੇ ਜੋ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਨੂੰ ਬਖਸ਼ੀ, ਸ਼ਲੋਕ ਮਹੱਲਾ 9ਵਾਂ, ਉਸ ਦਾ 42 ਨੰਬਰ ਸ਼ਲੋਕ ਆਪ ਜੀ ਨੇ ਸਰਵਣ ਕੀਤਾ। ਇਸ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਕੀ ਕਿਰਪਾ ਕਰਦੇ ਆ, ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ ਆ। ਗਰਭ ਕਰਤ ਹੈ ਦੇਹ ਕੋ। ਪਹਿਲਾਂ ਥੋੜ੍ਹੇ ਜਿਹੇ ਭਾਵ ਅਰਥਾਂ ਨੂੰ ਵਿਚਾਰੀਏ, ਫਿਰ ਇਹਦੀ ਵਿਚਾਰ। ਗਰਭ ਦਾ ਅਰਥ ਹੁੰਦਾ ਜੀ ਹੰਕਾਰ। ਸਤਿਗੁਰੂ ਜੀ ਕਹਿੰਦੇ ਗਰਭ ਕਰਤ ਹੈ ਦੇਹ ਕੋ। ਦੇਹ ਦਾ ਅਰਥ ਹੁੰਦਾ ਹੈ ਸਰੀਰ। ਵੈਸੇ ਬਾਣੀ ਦੇ ਅੰਦਰ ਦੇਹ ਸ਼ਬਦ ਕਈ ਰੂਪਾਂ ਵਿੱਚ ਹੈ, ਥੋੜ੍ਹਾ ਜਿਹਾ ਸਾਨੂੰ ਸਮਝਣਾ ਪਏਗਾ। ਜਿਵੇਂ ਤੁਸੀਂ ਜਪਜੀ ਸਾਹਿਬ ਬਾਣੀ ਪੜ੍ਹਦੇ ਹੋ, ਮੈਂ ਤਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿਉਂਕਿ ਜੇ ਆਪਾਂ ਅਰਥ ਵਿਚਾਰਨੇ ਨੇ, ਬਾਣੀ ਦੇ ਅਰਥ ਸਾਨੂੰ ਪਤਾ ਹੋਣਗੇ ਤੇ ਆਪਾਂ ਉਹਨੂੰ ਸਮਝ ਪਾਵਾਂਗੇ। ਜਪਜੀ ਸਾਹਿਬ ਬਾਣੀ, ਉੱਥੇ ਧੰਨ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਗੁਰਾ ਇੱਕ ਦੇਹ ਬੁਝਾਈ। ਉੱਥੇ ਦੇਹ ਕੀ ਹੈ? ਉੱਥੇ ਦੇਹ ਸਰੀਰ ਨਾਲ ਸੰਬੰਧਿਤ ਨਹੀਂ ਹੈ। ਆ ਤਨ ਦੀ ਗੱਲ ਨਹੀਂ ਹੈ, ਸਰੀਰ ਦੀ ਗੱਲ ਨਹੀਂ ਹੈ। ਉੱਥੇ ਦੇਹ ਦਾ ਅਰਥ ਹੈ ਸਮਝ।
ਭਾਵ ਤੂੰ ਮੈਨੂੰ ਇੱਕ ਸਮਝ ਦੇ। ਹੁਣ ਦੂਜੀ ਗੱਲ ਫਿਰ ਜਪਜੀ ਸਾਹਿਬ ਦੇ ਵਿੱਚੋਂ ਹੀ ਜਿਹੜਾ ਆਪਾਂ ਬਚਨ ਪੜ੍ਹਦੇ ਆ ਨਾ, ਦੇਂਦਾ ਦੇ ਲੈਂਦੇ ਥੱਕ ਪਾਏ, ਉੱਥੇ ਦੇਣ ਦੇ ਨਾਲ ਸੰਬੰਧਿਤ ਹੈ, ਉਹ ਦੇਈ ਜਾ ਰਿਹਾ। ਤੇ ਇੱਥੇ ਜਿਹੜਾ ਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਰਹੇ, ਇਹ ਸਰੀਰ ਦੇ ਨਾਲ ਸੰਬੰਧਿਤ ਹੈ। ਸਰੋ ਵਿਚਾਰ ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨਮੈ ਮੀਤ। ਹੇ ਮੇਰੇ ਮਿੱਤਰ ਧਿਆਨ ਨਾਲ ਸੁਣ, ਜਿਸ ਚੀਜ਼ ਦਾ ਤੂੰ, ਜਿਸ ਸਰੀਰ ਦਾ ਤੂੰ ਹੰਕਾਰ ਪਿਆ ਕਰਦਾ ਨਾ, ਜਿਸ ਦੇ ਉੱਤੇ ਤੈਨੂੰ ਮਾਣ ਹੈ, ਸਤਿਗੁਰੂ ਜੀ ਕਹਿੰਦੇ ਆ ਬਿਨਸੈ ਛਿਨਮੈ ਮੀਤ, ਇਹ ਬਿਨਸ ਜਾਏਗੀ, ਖਤਮ ਹੋ ਜਾਏਗੀ। ਕਿਉਂਕਿ ਅਸਲ ਦੇ ਵਿੱਚ ਇਹ ਵੀ ਇੱਕ ਝੂਠੀ ਹੈ, ਝੂਠ ਦੇ ਨਾਲ ਸੰਬੰਧਿਤ ਹੈ। ਅੱਗੇ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ, ਜੇ ਪ੍ਰਾਨੀ ਹਰ ਜਸ ਕਹਿਓ। ਜੇ ਦਾ ਅਰਥ ਹੈ ਜੀ ਜਿਸ ਮਨੁੱਖ ਨੇ, ਭਾਵ ਜਿਸ ਪ੍ਰਾਣੀ ਮਾਤਰ ਨੇ, ਭਾਵੇਂ ਮੇਲ ਭਾਵੇਂ ਫਮੇਲ, ਸਭ ਦੇ ਲਈ ਜੇ ਪ੍ਰਾਨੀ। ਪ੍ਰਾਨੀ ਦਾ ਅਰਥ ਵੈਸੇ ਵਿਦਵਾਨ ਸੱਜਣ ਜਦੋਂ ਕਰਦੇ ਆ, ਪ੍ਰਾਨੀ ਦਾ ਅਰਥ ਹੁੰਦਾ ਪ੍ਰਾਣਾ ਵਾਲਾ। ਪ੍ਰਾਣ ਹੁੰਦੇ ਆ ਸਵਾਸ, ਪ੍ਰਾਣੀ ਭਾਵ ਸਵਾਸਾਂ ਵਾਲਾ। ਕੀ ਮਨੁੱਖ, ਆ ਸੰਸਾਰ ਲੁਕਾਈ ਪ੍ਰਾਣੀ ਮਾਤਰ। ਜੇ ਪ੍ਰਾਨੀ ਹਰ ਜਸ ਕਹਿਓ ਨਾਨਕ, ਸਤਿਗੁਰੂ ਜੀ ਕਹਿੰਦੇ ਤੇ ਜਗ ਜੀਤ, ਉਹ ਸੰਸਾਰ ਨੂੰ ਜਿੱਤ ਲੈਂਦਾ। ਇਹ ਨੇ ਇਹਦੇ ਭਾਵ ਅਰਥ। ਹੁਣ ਥੋੜ੍ਹਾ ਜਿਹਾ ਇਸ ਸ਼ਬਦ ਨੂੰ ਆਪਾਂ ਗਹਿਰਾਈ ਵਿੱਚ ਵੇਖੀਏ, ਨਾਲ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਨਾਲ ਨਾਲ ਕੁਝ ਇਤਿਹਾਸ ਦੀਆਂ ਪਰਤਾਂ ਦੇ ਵਿੱਚੋਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਾਂਗੇ ਕਿ ਵੀ ਝੂਠੇ ਸਰੀਰ ਤੇ ਦਾਅਵਾ ਕਰਨ ਵਾਲੇ ਬਾਣੀ ਉਹਨੂੰ ਕੀ ਕਹਿੰਦੀ ਹੈ, ਤੇ ਝੂਠੇ ਸਰੀਰ ਨੂੰ ਬਿਨਾਂ ਹੰਕਾਰ ਤੋਂ ਜਿਹੜੇ ਇਸ ਗੱਲ ਨੂੰ ਸਮਝ ਗਏ ਕਿ ਵੀ ਸਰੀਰ ਕੀ ਹੈ, ਉਹਨਾਂ ਦਾ ਜੀਵਨ ਕਿਹੋ ਜਿਹਾ। ਬਾਣੀ ਦੇ ਅੰਦਰ ਅੱਜ ਸੰਸਾਰ ਦੇ ਉੱਤੇ ਜਿਤਨਾ ਵੀ ਆਪਾਂ ਪਸਾਰਾ ਵੇਖਦੇ ਹਾਂ ਤਨ ਦਾ, ਅੱਜ ਜੋ ਕੁਝ ਵੇਖਿਆ ਜਾ ਰਿਹਾ, ਜੇ ਬਹੁਤਾ ਸ਼ਿੰਗਾਰਨ ਵਾਲੇ ਪਾਸੇ ਵੀ ਧਿਆਨ ਦਿੱਤਾ ਜਾ ਰਿਹਾ ਤੇ ਤਨ ਨੂੰ ਹੀ ਦਿੱਤਾ ਜਾ ਰਿਹਾ। ਤਨ ਦੇ ਨਾਲ ਬੜਾ ਕੁਝ ਜੁੜਦਾ ਹੈ, ਸਰੀਰ ਦੇ ਨਾਲ ਇੱਕ ਗੱਲ ਦਾ ਸੰਬੰਧ ਨਹੀਂ ਹੈ। ਬੜੀਆਂ ਗੱਲਾਂ ਦਾ ਹੰਕਾਰ ਸਰੀਰ ਪਾ ਕੇ ਬੰਦੇ ਨੂੰ ਆਉਂਦਾ ਹੈ। ਜਿਵੇਂ ਸਰੀਰ ਤਾਂ ਹੈ ਆਪਣੀ ਤਾਕਤ, ਆਪਣੇ ਬਲ ਦਾ ਹੰਕਾਰ ਹੈ। ਦੂਜੀ ਬੇਨਤੀ, ਸਰੀਰ ਹੈ, ਸਰੀਰ ਦੀ ਸੁਹੱਪਨਤਾ ਦੇ ਉੱਤੇ ਬੰਦੇ ਨੂੰ ਹੰਕਾਰ ਹੈ, ਮਨੁੱਖ ਨੂੰ ਹੰਕਾਰ ਹੈ। ਫਿਰ ਬੇਨਤੀ, ਸਰੀਰ ਹੈ ਪਰ ਸਤਿਗੁਰੂ ਜੀ ਕਹਿੰਦੇ ਆ ਇਸ ਸਰੀਰ ਦੇ ਨਾਲ ਬੜਾ ਕੁਝ ਇਹਨੇ ਆਪਣੇ ਆਪ ਨੂੰ ਜੋੜਿਆ ਹੋਇਆ। ਭਗਤ ਫਰੀਦ ਜੀ ਦੇ ਮੈਂ ਦੋ ਕੁ ਸਲੋਕ ਤੁਹਾਡੇ ਨਾਲ ਸਾਂਝੇ ਕਰਨੇ ਆ ਇਸੇ ਪ੍ਰਥਾਏ। ਪਹਿਲੀ ਗੱਲ, ਜਦੋਂ ਸਰੀਰ ਦੇ ਨਾਲ ਜੁੜੀ ਸੁਹੱਪਨਤਾ ਦੀ ਗੱਲ, ਇਸ ਗਰਭ ਦੀ ਗੱਲ, ਇਸ ਹੰਕਾਰ ਦੀ ਗੱਲ ਕਰਦੇ ਆ ਨਾ, ਤੇ ਭਗਤ ਫਰੀਦ ਜੀ ਕਹਿੰਦੇ ਆ ਮੈਂ ਤੈਨੂੰ ਸਮਝਾਵਾਂ, ਜਿਹਦੇ ਤੇ ਮਾਣ ਕਰਨਾ ਨਾ ਤੂੰ, ਉਹ ਇੱਕ ਪਲ ਦੇ ਵਿੱਚ, ਇੱਕ ਛਿਨ ਦੇ ਵਿੱਚ ਤੇਰੇ ਕੋਲੋਂ ਜਾਣ ਵਾਲੀ ਹੈ। ਵੈਸੇ ਬਾਣੀ ਨੇ ਤਾਂ ਇੱਥੋਂ ਤੱਕ ਸਾਨੂੰ ਇਹ ਸਮਝਾ ਦਿੱਤਾ, ਕੋਈ ਮਾਣ ਹੰਕਾਰ ਸਾਡੇ ਅੰਦਰ ਰਹਿਣ ਹੀ ਨਹੀਂ ਦਿੱਤਾ। ਬੰਦਿਆ ਕਾਹਦਾ ਮਾਣ, ਕਾਹਦਾ ਹੰਕਾਰ, ਹਮ ਆਦਮੀ ਖਾਂ ਇੱਕਦਮੀ। ਤੇ ਜਿਹੜਾ ਬੰਦਾ ਹੈ ਹੀ ਇੱਕਦਮ ਦਾ, ਉਹਦਾ ਸ਼ਿੰਗਾਰ, ਉਹਦਾ ਹੰਕਾਰ, ਉਹਦਾ ਬਲ, ਉਹਦੀ ਤਾਕਤ, ਸਭ ਕੁਝ ਨਾਲ ਹੀ ਖਤਮ ਹੋ ਜਾਏਗੀ। ਫਿਰ ਕਾਹਦਾ ਹੰਕਾਰ, ਹਮ ਆਦਮੀ ਖਾਂ ਇੱਕਦਮੀ, ਮੋਹਲਤ ਮੌਤ ਨਾ ਜਾਣਾ। ਉਹਨੇ ਇੰਨਾ ਸਮਾਂ ਵੀ ਨਹੀਂ ਦੇਣਾ ਕਿ ਤੂੰ ਇਹਨੂੰ ਸ਼ਿੰਗਾਰ ਸਕੇ। ਸੋ ਮੈਂ ਬੇਨਤੀ ਕਰਨ ਲੱਗਾ ਸਾਂ, ਭਗਤ ਫਰੀਦ ਜੀ, ਭਗਤ ਫਰੀਦ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ, ਕਿਉਂਕਿ ਅਸਲ ਦੇ ਵਿੱਚ ਬਾ ਕਮਾਲ ਦਾ ਦਰਵੇਸ਼ ਹੈ। ਤੇ ਜਦੋਂ ਸੁਰਤ ਕਰਕੇ ਸੰਸਾਰ ਨੂੰ ਵੇਖਦਾ ਤੇ ਸੰਸਾਰ ਦੀਆਂ ਗੂੜ ਗੱਲਾਂ ਸਾਡੇ ਸਾਹਮਣੇ ਰੱਖ ਦਿੰਦਾ। ਉਸਨੇ ਵੀ ਵੇਖਿਆ ਸੰਸਾਰ ਫਨਾ ਕਿਵੇਂ ਹੋ ਰਿਹਾ। ਉਸਨੇ ਵੀ ਵੇਖਿਆ ਕਿ ਵੀ ਜਿਸ ਚੀਜ਼ ਤੇ ਹੰਕਾਰ ਬੰਦਾ ਅੱਜ ਕਰ ਰਿਹਾ, ਕੱਲ ਨੂੰ ਇਹਦੇ ਕੋਲ ਹੈ ਹੀ ਨਹੀਂ,
ਉਹਨਾਂ ਲੋਕਾਂ ਦੀਆਂ ਗੱਲਾਂ ਵੇਖ ਕੇ ਭਗਤ ਫਰੀਦ ਜੀ ਨੇ ਆ ਬਚਨ ਸਾਡੇ ਅੱਗੇ ਰੱਖਿਆ। ਬੜੀ ਕਮਾਲ ਦੀ ਉਦਾਹਰਣ ਦਿੰਦੇ ਆ ਭਗਤ ਫਰੀਦ ਜੀ, ਕਹਿੰਦੇ ਆ, ਕਹਿੰਦੇ ਇੱਕ ਨਾਚ ਕਰਨ ਵਾਲੀ ਉਹ ਆਪਣੇ ਅੱਖਾਂ ਦੇ ਵਿੱਚ ਕੱਜਲ ਪਾਉਂਦੀ ਹੈ। ਉਹਦੀ ਉਦਾਹਰਣ ਦਿੱਤੀ ਹੈ ਭਗਤ ਫਰੀਦ ਜੀ ਨੇ। ਸਮਝਦਾਰ ਤੁਸੀਂ ਬੈਠੇ ਹੋ, ਬਾਣੀ ਪੜ੍ਹਨ ਵਾਲੇ ਬੈਠੇ ਹੋ, ਭਾਵ ਨੂੰ ਸਮਝਿਓ। ਕਹਿੰਦੇ ਨਾਚ ਕਰਨ ਵਾਲੀ ਅੱਖਾਂ ਦੇ ਵਿੱਚ ਕੱਜਲ ਪਾਉਂਦੀ ਹੈ, ਸੁਹੱਪਣਤਾ ਹੈ ਉਹਦੇ ਕੋਲ। ਇੱਕ ਦਿਨ ਪੁਰਾਤਨ ਸਮੇਂ ਦੇ ਅੰਦਰ ਬਜ਼ੁਰਗ ਬੈਠੇ ਆ, ਇਹਨਾਂ ਨੂੰ ਮੇਰੇ ਤੋਂ ਵੱਧ ਪਤਾ ਹੋਵੇਗਾ, ਕੱਜਲ ਪੀਸਿਆ ਜਾਂਦਾ ਸੀ, ਪੀਸਿਆ ਜਾਣਾ, ਫਿਰ ਉਹ ਅੱਖਾਂ ਦੇ ਵਿੱਚ ਪੈਂਦਾ ਸੀ। ਉਹ ਕਹਿੰਦੇ ਜਿਹੜੀ ਉਹ ਨਾਚ ਕਰਨ ਵਾਲੀ ਸੀ ਉਹਦੀ ਨੌਕਰ ਰਾਣੀ ਨੇ ਨਾ ਕਿਤੇ ਉਹ ਕੱਜਲ ਮੋਟਾ ਪੀਸ ਦਿੱਤਾ। ਉਹ ਜਦੋਂ ਉਹਨੇ ਆਪਣੀਆਂ ਅੱਖਾਂ ਵਿੱਚ ਪਾਇਆ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਨੀਰ ਵਹਿਣ ਲੱਗ ਪਿਆ, ਅੱਖਾਂ ਦੇ ਵਿੱਚੋਂ ਪਾਣੀ ਵਹਿਣ ਲੱਗ ਪਿਆ। ਭਗਤ ਫਰੀਦ ਜੀ ਉੱਥੇ ਇਸ਼ਾਰਾ ਕਰਦੇ, ਕਹਿੰਦੇ ਮੈਂ ਵੇਖਿਆ ਫਰੀਦਾ, ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ। ਕਹਿੰਦੇ ਜਿਹੜੀਆਂ ਅੱਖਾਂ ਸੰਸਾਰ ਨੂੰ ਮੋਹ ਲੈਂਦੀਆਂ ਸਨ, ਜਿਹੜੀਆਂ ਅੱਖਾਂ ਸੰਸਾਰ ਨੂੰ ਭਰ ਕੇ ਇੱਕ ਵਾਰੀ ਅੱਖ ਵੇਖ ਲੈਂਦੀਆਂ ਸਨ, ਸੰਸਾਰ ਉਹਦੇ ਵੱਲ ਤੁਰਿਆ ਜਾਂਦਾ ਸੀ। ਭਗਤ ਫਰੀਦ ਜੀ ਕਹਿੰਦੇ ਮੈਂ ਉਹ ਅੱਖਾਂ ਵੇਖੀਆਂ, ਡਿੱਠ ਦਾ ਅਰਥ ਮੈਂ ਵੇਖੀਆਂ। ਫਰੀਦਾ ਜਿਨ ਮੋਇਣ, ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ। ਕੱਜਲ ਰੇਖ ਨਾ ਸਹਿੰਦਿਆਂ ਪੰਖੀ ਸੋਏ ਬੈਠ। ਕਹਿੰਦੇ ਅੱਜ ਬੜੀ ਕਮਾਲ ਦੀ ਇੱਕ ਗੱਲ ਹੋ ਗਈ। ਕਹਿੰਦੇ ਉਹ ਜਦੋਂ ਤਨ ਸੜ ਗਿਆ, ਗਲ ਗਿਆ, ਖਤਮ ਹੋ ਗਿਆ ਨਾ, ਸਿਰਫ ਆ ਖੋਪੜ ਰਹਿ ਗਿਆ। ਕਹਿੰਦੇ ਮੈਂ ਵੇਖਿਆ ਉਹ ਤਨ ਉਸ ਵੇਸ਼ਵਾ ਦਾ, ਉਸ ਨਾਚ ਕਰਨ ਵਾਲੀ ਦਾ। ਕਹਿੰਦੇ ਜਦੋਂ ਉਸੇ ਤਨ ਨੂੰ ਵੇਖਿਆ, ਉਹਦੀ ਖੋਪੜੀ ਵੇਖੀ, ਕਹਿੰਦੇ ਜਿਹੜੀਆਂ ਅੱਖਾਂ ਕੱਜਲ ਪੈਂਦਿਆਂ ਸਹਿਣ ਨਹੀਂ ਸਨ ਕਰ ਪਾਉਂਦੀਆਂ, ਅੱਜ ਉਹਨਾਂ ਅੱਖਾਂ ਦੇ ਵਿੱਚ ਪੰਖੀ ਆਲਣੇ ਪਾ ਕੇ ਬਹਿ ਗਏ ਆ। ਕਹਿੰਦੇ ਉਹ ਤਨ ਤੇ ਝੂਠਾ ਮਾਣ ਕਰਨ ਵਾਲੇ ਆ। ਇੱਕ ਹੋਰ ਉਦਾਹਰਨ ਭਗਤ ਫਰੀਦ ਜੀ ਦਾ ਹੀ ਪਾਵਨ ਵਚਨ ਹੈ, ਸਿਰਫ ਇੰਨਾ ਕੁ ਗਰਭ ਕਰਤ ਹੈ ਦੇਖੋ, ਜਿਹਦੇ ਉੱਤੇ ਮਾਣ ਕਰਦਾ ਉਹ ਸਾਰਾ ਕੁਝ ਜਾਣ ਵਾਲਾ, ਖਤਮ ਹੋ ਜਾਣਾ। ਕੱਲ ਵੀ ਆਪਾਂ ਹੀ ਬੇਨਤੀ ਕੀਤੀ ਸੀ ਕਿ ਦਿਸ ਦੀ ਚੀਜ਼ ਜਾਏਗੀ ਜਾਏਗੀ, ਭਾਵੇਂ ਅੱਜ ਅੱਖਾਂ ਤੋਂ ਓਲੇ ਹੋ ਜਾਏ ਤੇ ਭਾਵੇਂ ਕੱਲ ਹੋ ਜਾਏ, ਜਾਏਗੀ ਜਾਏਗੀ, ਕਿਉਂਕਿ ਨਾਸ਼ਵੰਤ ਦੇ ਖਲੋਤੀ ਹੈ। ਐਵੇਂ ਗੁਰੂ ਅਰਜਨ ਦੇਵ ਮਹਾਰਾਜ ਥੋੜਾ ਕਹਿੰਦੇ ਆ, ਮਿੱਥਿਆ ਤਨ ਧਨ ਕੁਟੰਬ ਸਭਾਇਆ, ਮਿੱਥਿਆ ਹੋਮੈ ਮਮਤਾ ਮਾਇਆ। ਐਵੇਂ ਮਿੱਥੀਆਂ ਚੀਜ਼ਾਂ ਤੇ ਹੰਕਾਰ ਕਰਕੇ ਬੈਠਾ ਤੇਰਾ ਤਨ। ਪਹਿਲਾਂ ਗੱਲ ਤਨ ਤੋਂ ਹੀ ਸ਼ੁਰੂ ਕਰਦੇ ਆ, ਮਿੱਥਿਆ ਤਨ, ਫਿਰ ਧਨ ਤੇ ਲਿਆਉਂਦੇ ਆ। ਤਨ ਜਾਏਗਾ, ਗਰਭ ਕਰਤਾ ਹੈ ਦੇਖੋ। ਭਗਤ ਫਰੀਦ ਜੀ ਦਾ ਬਚਨ ਸਾਂਝਾ ਕਰਨ ਲੱਗਾ ਸਾਂ। ਭਗਤ ਫਰੀਦ ਜੀ ਕਹਿੰਦੇ ਵੇਖ, ਤਨ ਦਾ ਹੰਕਾਰ ਕਰਨ ਵਾਲੇ, ਆਪਣੇ ਸਰੀਰ ਦੇ ਬਲ ਦਾ ਇਹ ਪਹਿਲੀ ਤਾਂ ਉਦਾਹਰਨ ਦਿੱਤੀ ਸੁਹੱਪਣਤਾ ਦੀ, ਵਿਸ਼ੇ ਤੇ ਰਵਾਂਗਾ। ਦੂਜੀ ਉਦਾਹਰਨ ਸਰੀਰ ਦੇ ਬਲ ਦੀ, ਸਰੀਰ ਦੇ ਤਾਕਤ ਦੀ। ਭਗਤ ਫਰੀਦ ਜੀ ਕਹਿੰਦੇ ਵੇਖੋ ਫਰੀਦਾ, ਇੰਨੀ ਨਿੱਕੀ ਜੰਗੀਐ ਥਲ ਡੂੰਗਰ ਪਵੇ ਓਮ, ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀ ਓਮ। ਕਹਿੰਦੇ ਜਦੋਂ ਇਹਨਾਂ ਲੱਤਾਂ ਦੇ ਨਾਲ ਬੰਦਾ ਜਦੋਂ ਭਰ ਜਵਾਨੀ, ਭਰ ਜੋਬਨ ਦੇ ਅੰਦਰ ਹੁੰਦਾ ਤੇ ਵੱਡੀਆਂ ਵੱਡੀਆਂ ਪਹਾੜੀਆਂ ਤੇ ਵੀ ਭੱਜ ਭੱਜ ਚੜ ਜਾਂਦਾ, ਕੋਈ ਔਖਾ ਨਹੀਂ। ਇਹ ਕਹਿੰਦਾ ਕਿ ਵੀ ਹਜੇ ਤੇ ਮੇਰੇ ਅੰਦਰ ਜੋਸ਼ ਹੈ, ਤਾਕਤ ਹੈ, ਹਜੇ ਮੈਂ ਬੜਾ ਕੁਝ ਭੱਜ ਕੇ ਚੜ ਸਕਦਾ। ਭਗਤ ਫਰੀਦ ਜੀ ਕਹਿੰਦੇ ਇਹੀ ਕਹਾਣੀ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਫਰੀਦਾ, ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਵੇ ਓਮ। ਕਹਿੰਦੇ ਮੈਂ ਵੀ ਇਹਨਾਂ ਲੱਤਾਂ ਦੇ ਨਾਲ ਭੱਜ ਭੱਜ ਕੇ ਪਹਾੜਾਂ ਦੇ ਪਹਾੜ ਚੜ ਜਾਂਦਾ ਸਾਂ। ਰੇਸ ਅੱਜ ਜਿਵੇਂ ਕਹਿੰਦਾ ਬੰਦਾ ਨਾ, ਮੈਂ ਬੜੀ ਰੇਸ ਲੰਮੀ ਲਾਈ, ਮੈਂ ਰੇਸ ਵਿੱਚੋਂ ਜਿੱਤ ਗਿਆ। ਪਰ ਭਗਤ ਫਰੀਦ ਜੀ ਕਹਿੰਦੇ ਹੰਕਾਰ ਕਰ, ਆਪਣੀ ਤਾਕਤ ਤੇ ਹੰਕਾਰ ਕਰਨ ਵਾਲਿਆ, ਅੱਜ ਮੇਰੇ ਵੱਲ ਹੀ ਵੇਖ ਲੈ, ਮੈਂ ਹੀ ਤੈਨੂੰ ਇਹ ਗੱਲ ਕਹਿ ਰਿਹਾ। ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀ ਓਮ, ਅੱਜ ਬਿਲਕੁਲ ਕੁੱਜਾ ਨੇੜੇ ਪਿਆ, ਉਹਦੇ ਤੱਕ ਹੱਥ ਨਹੀਂ ਪਹੁੰਚਦਾ ਜਿਹੜਾ ਦੂਰ ਦੂਰ ਤੱਕ ਭੱਜ ਪੈਂਦਾ ਸੀ। ਬਾਲੀ ਕੋਈ ਨਹੀਂ ਰਿਹਾ, ਤਾਕਤ ਹੀ ਕੋਈ ਨਹੀਂ ਰਹੀ। ਗੁਰੂ ਤੇਗ ਬਹਾਦਰ ਮਹਾਰਾਜ, ਇੱਕ ਹੀ ਗੱਲ ਮੈਂ ਇੱਕ ਹੋਰ ਉਦਾਹਰਨ ਤੁਹਾਨੂੰ ਦੇਣੀ ਚਾਹੁੰਦਾ ਭਗਤ ਫਰੀਦ ਜੀ ਦੀ, ਗਰਭ ਕਰਤ ਹੈ ਦੇਖੋ। ਮੈਂ ਤਿੰਨ ਉਦਾਹਰਨਾਂ ਸੋਚ ਕੇ ਆਇਆ ਸਾਂ, ਤਿੰਨੇ ਹੀ ਤੁਹਾਨੂੰ ਦਿਆਂਗਾ।
ਸਿਰਫ ਇੱਕੋ ਵਿਸ਼ੇ ਦੇ ਆਧਾਰ ਤੇ ਜਿਹਦੇ ਉੱਤੇ ਝੂਠਾ ਮਾਣ ਕਰਕੇ ਬੈਠੇ ਆ। ਭਗਤ ਫਰੀਦ ਜੀ ਕਹਿੰਦੇ ਆ, ਜਿਵੇਂ ਇੱਕ ਵੇਸ਼ਵਾ ਆਪਣੀ ਨੌਕਰ ਰਾਣੀ ਨੂੰ ਝਿੜਕਦੀ ਸੀ ਨਾ, ਇੱਕ ਧਨਾੜ ਧਨ ਵਾਲਾ, ਕਹਿੰਦੇ ਉਹ ਰਾਤ ਨੂੰ ਨਾ ਸੌਣ ਲੱਗਾ ਤੇ ਉਹਨੇ ਆਖਿਆ ਨੌਕਰ ਨੂੰ ਕਿ ਮੇਰਾ ਬਿਸਤਰਾ ਵਿਛਾ ਦੇ, ਮੇਰਾ ਮੰਜਾ ਵਿਛਾ ਦੇ। ਕਹਿੰਦੇ ਉਹਨੇ ਮੰਜਾ ਵਿਛਾਇਆ, ਉਹ ਕਿਤੇ ਮੰਜੇ ਦਾ ਜਿਹੜਾ ਬਿਸਤਰਾ ਸੀ ਉਹਦੇ ਤੇ ਥੋੜਾ ਜਿਹਾ ਵੱਟ ਪਿਆ ਰਹਿ ਗਿਆ। ਉਹ ਵੱਟ ਪਿਆ ਤੇ ਸਾਰੀ ਰਾਤ ਉਹ ਸੁੱਤਾ ਨਾ। ਜਦੋਂ ਸਾਰੀ ਰਾਤ ਪਾਸੇ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਪਲਟਦਾ ਰਿਹਾ, ਨੀਂਦ ਨਾ ਆਈ। ਸਵੇਰੇ ਉੱਠਿਆ ਬੜਾ ਗੁੱਸੇ ਦੇ ਵਿੱਚ, ਬੜਾ ਤੜਫਣ ਦੇ ਵਿੱਚ ਹੈ, ਨੌਕਰ ਨੂੰ ਬੁਲਾ ਕੇ ਕਹਿੰਦਾ ਤੂੰ ਮੇਰੇ ਬਿਸਤਰੇ ਵਿੱਚ ਵੜ ਪਾਇਆ, ਤੇਰੇ ਕਰਕੇ ਮੈਂ ਰਾਤ ਸਾਰੀ ਚੈਨ ਨਾਲ ਸੌਂ ਨਹੀਂ ਸਕਿਆ, ਤੈਨੂੰ ਬਿਸਤਰਾ ਵਿਛਾਉਣਾ ਨਹੀਂ ਆਉਂਦਾ। ਭਗਤ ਫਰੀਦ ਜੀ ਕਹਿੰਦੇ ਉਹ ਬੰਦਿਆ, ਜਿਹੜਾ ਤਨ ਸਾਰੀ ਰਾਤ ਮੰਜੇ ਤੇ ਨਹੀਂ ਸੌਂ ਸਕਿਆ, ਮੈਂ ਤੈਨੂੰ ਪੁੱਛਣਾ ਚਾਹੁੰਦਾ, ਮੈਨੂੰ ਇੱਕ ਗੱਲ ਦੱਸ, ਫਰੀਦਾ ਇੱਟ ਸਰਾਣੇ ਭੋਏ ਸਵਣ ਜਦੋਂ ਮਰ ਗਿਆ ਕੀ ਹੋਇਆ ਤੈਨੂੰ ਪਤਾ ਹੈ? ਅੱਜ ਤੇ ਤੂੰ ਮੰਜੇ ਉੱਤੇ ਤੜਫਦਾ, ਚੈਨ ਨਹੀਂ ਆ ਰਿਹਾ। ਮੈਂ ਤੈਨੂੰ ਪੁੱਛਦਾ ਫਰੀਦਾ, ਇੱਟ ਸਰਾਣੇ, ਸਰਾਣੇ ਥੱਲੇ ਇੱਟ ਹੀ ਰਹਿ ਗਈ, ਬਸ ਸਰਾਣਾ ਨਹੀਂ ਰਿਹਾ ਹੁਣ। ਇੱਟ ਸਰਾਣੇ ਭੋਏ ਸਵਣ, ਸੌਣਾ ਭੁੰਜੇ ਹੋ ਗਿਆ, ਧਰਤੀ ਤੇ ਹੋ ਗਿਆ। ਕੀੜਾ ਲੜੇ ਹੋਏ ਮਾਸ, ਹੁਣ ਕਹਿੰਦੇ ਉੱਥੇ ਤਾਂ ਸੇਜ ਬੜੀ ਚੰਗੀ ਸੀ, ਇੱਕ ਵੱਟ ਪਿਆ ਸੀ ਤੇ ਬੇਚੈਨ ਹੋ ਗਿਆ ਸੈਂ, ਅੱਜ ਕਬਰ ਦੇ ਵਿੱਚ ਪਿਆ, ਸਾਰਾ ਸਰੀਰ ਆ ਸਾਰਾ ਤਨ ਕੀੜਿਆਂ ਨੇ ਖਾ ਮਾਰਿਆ। ਕਿੰਨਾ ਕੁ ਸੰਭਾਲ ਕੇ ਰੱਖਿਆ। ਧਿਆਨ ਨਾਲ ਬਚਨ ਸੁਣਿਓ, ਭਗਤ ਫਰੀਦ ਜੀ ਬੜੀ ਕਮਾਲ ਦੀ ਗੱਲ ਕਹਿੰਦੇ ਆ। ਫਰੀਦਾ ਇੱਟ ਸਰਾਣੇ ਭੋਏ ਸਵਣ, ਕੀੜਾ ਲੜੇ ਹੋਏ ਮਾਸ, ਕੇਤੜਿਆਂ ਜੁਗ ਵਾਪਰੇ, ਕਿ ਤੱਕ ਪਈਸ ਪਾਸ। ਕਹਿੰਦੇ ਮੈਂ ਤੈਨੂੰ ਪੁੱਛਣਾ, ਉੱਠ ਓਏ ਦੱਸ, ਅੱਜ ਮੰਜਿਆਂ ਦੀਆਂ ਸੇਜਾਂ ਤੇ ਸੌਣ ਵਾਲਿਆ, ਅੱਜ ਕਿੰਨਾ ਸਮਾਂ ਹੋ ਗਿਆ ਤੈਨੂੰ ਇਹਦੇ ਵਿੱਚ ਪਿਆ ਹੋਇਆਂ ਨੂੰ, ਅੱਜ ਤੇਰਾ ਸਰੀਰ ਇੱਥੋਂ ਉੱਠਣ ਜੋਗਾ ਵੀ ਨਹੀਂ ਰਿਹਾ। ਤੂੰ ਝਿੜਕਾਂ ਮਾਰਦਾ ਸੈਂ ਨੌਕਰਾਂ ਨੂੰ, ਮੈਂ ਸਾਰੀ ਰਾਤ ਚੈਨ ਨਾਲ ਮੇਰਾ ਸਰੀਰ ਨਹੀਂ ਸੁੱਤਾ, ਮੇਰਾ ਤਨ ਅੱਜ ਬੇਚੈਨ ਹੈ। ਅੱਜ ਕੇਤੜਿਆਂ ਜੁਗ ਵਾਪਰ ਗਏ, ਤੈਨੂੰ ਇਸ ਤਰ੍ਹਾਂ ਸੁੱਤਿਆਂ ਵੇਖ ਕੇ ਅੱਜ ਉੱਠਦਾ ਕਿਉਂ ਨਹੀਂ? ਹੁਣ ਉੱਠਣ ਜੋਗਾ ਹੈ ਨਹੀਂ, ਕਿਉਂਕਿ ਹੰਕਾਰ ਨਾਲ ਹੀ ਦੱਬਿਆ ਗਿਆ। ਜੋ ਹੰਕਾਰ ਸੀ ਉਹ ਨਾਲ ਹੀ ਦੱਬਿਆ ਗਿਆ। ਫਿਰ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਗਰਭ ਕਰਤ ਹੈ ਦੇਹ ਕੋ। ਹੁਣ ਇੱਕ ਪੱਖ ਆਪਾਂ ਇਹਦਾ ਇਹ ਲੈ ਲਿਆ, ਦੂਜਾ ਪੱਖ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਤਲੰਗ ਰਾਗ ਦੇ ਅੰਦਰ ਇੱਕ ਬੜਾ ਕਮਾਲ ਦਾ ਬਚਨ ਆਪਾਂ ਕਈ ਵਾਰ ਹੁਕਮਨਾਮੇ ਦੇ ਅੰਦਰ, ਕਈ ਵਾਰ ਉਹਦੀਆਂ ਪੰਕਤੀਆਂ ਵੀ ਆਪਾਂ ਵਿਚਾਰਦੇ। ਚਲੋ ਉੱਥੇ ਗੱਲ ਚੋਲੇ ਦੀ ਕੀਤੀ ਹੈ, ਪਰ ਉਹ ਚੋਲੇ ਤਨ ਦੀ ਕੀਤੀ ਹੈ। ਦੋ ਰੂਪਾਂ ਵਿੱਚ ਗੱਲ ਕਰਦੇ ਆ ਗੁਰੂ ਨਾਨਕ ਮਹਾਰਾਜ। ਕੱਲ ਵੀ ਮੈਂ ਆਪ ਜੀ ਦੇ ਨਾਲ ਜਦੋਂ ਗੱਲ ਸਾਂਝੀ ਕੀਤੀ ਸੀ, ਦੋ ਰੂਪ ਦੇ ਵਿੱਚ ਗੱਲ ਕੀਤੀ ਸੀ, ਪਰ ਉਹ ਬਚਨ ਦੇ ਅੰਦਰ ਵੀ ਦੋ ਰੂਪਾਂ ਦੇ ਵਿੱਚ ਸਤਿਗੁਰੂ ਜੀ ਗੱਲ ਕਰਦੇ ਆ। ਤਲੰਗ ਮਹੱਲਾ ਪਹਿਲਾ, ਸਤਿਗੁਰੂ ਜੀ ਉੱਥੇ ਪਹਿਲਾਂ ਗੱਲ ਤਨ ਤੋਂ ਸ਼ੁਰੂ ਕਰਦੇ ਆ, ਫਿਰ ਚੋਲੇ ਰੂਪੀ ਤਨ ਦੀ ਗੱਲ ਕਰਦੇ। ਹਾਲਾਂਕਿ ਇਹ ਅਲੱਗ-ਅਲੱਗ ਨਹੀਂ ਹੈ, ਉੱਥੇ ਤਨ ਸਰੀਰ ਨੂੰ ਕਿਹਾ, ਚੋਲਾ ਵੀ ਸਰੀਰ ਨੂੰ ਹੀ ਕਿਹਾ। ਇੱਕ ਸਰੀਰ ਸੰਸਾਰ ਦੇ ਹੰਕਾਰ ਦੇ ਵਿੱਚ ਰੰਗਿਆ ਹੋਇਆ ਹੈ, ਦੂਜਾ ਸਰੀਰ, ਦੂਜਾ ਤਨ ਨਿਰੰਕਾਰ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਉੱਥੇ ਹੰਕਾਰ ਨਹੀਂ ਹੈ, ਇੱਕ ਥਾਂ ਹੰਕਾਰ ਹੀ ਬੜਾ ਹੈ। ਪਹਿਲੀ ਗੱਲ, ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ, ਇਹ ਤਨ ਮਾਇਆ ਪਾਖਿਆ ਪਿਆਰੇ ਲੀਤੜਾ ਲੱਭ ਰੰਗਾਏ। ਹੁਣ ਇਹ ਹੰਕਾਰ ਵਿੱਚ ਰੰਗਿਆ ਹੋਇਆ, ਲਾਲਚ ਵਿੱਚ ਰੰਗਿਆ ਹੋਇਆ, ਤੇ ਸਤਿਗੁਰ ਅੱਗੇ ਨਾਲ ਹੀ ਕਹਿ ਦਿੰਦੇ ਆ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਨਿਰੰਕਾਰ ਨੇ ਤੇ ਨਹੀਂ ਇਹ ਸੇਜ ਦੇ ਉੱਤੇ ਬੈਠਣਾ, ਕਿਵੇਂ ਆਏਗਾ ਰੱਬ? ਕਿਉਂਕਿ ਹੰਕਾਰ ਦੇ ਨਾਲ ਭਰਿਆ ਹੋਇਆ, ਗਰਭ ਦੇ ਨਾਲ ਭਰਿਆ ਹੋਇਆ, ਤੇ ਗਰਭ ਦੇ ਨਾਲ ਭਰਿਆ, ਹੰਕਾਰ ਨਾਲ ਭਰਿਆ ਸਰੀਰ ਤਾਂ ਉਹਨੂੰ ਚੰਗਾ ਹੀ ਨਹੀਂ ਲੱਗਦਾ। ਹੁਣ ਦੂਜਾ ਪੱਖ ਉਸੇ ਚੀਜ਼ ਦਾ, ਸਤਿਗੁਰੂ ਜੀ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ, ਪਹਿਲਾ ਤੇ ਇਹ ਪੱਖ ਹੈ ਜਿਹੜੇ ਹੰਕਾਰ ਵਿੱਚ ਰੰਗੇ ਹੋਏ ਨੇ, ਪ੍ਰਵਾਨ ਨਹੀਂ। ਸਤਿਗੁਰੂ ਜੀ ਕਹਿੰਦੇ ਲਾਸਟ ਵਾਲੀਆਂ ਪੰਕਤੀਆਂ, ਸ਼ਾਇਦ ਜੇਕਰ ਮੈਂ ਭੁੱਲਦਾ ਨਾ, ਸੈਕਿੰਡ ਲਾਸਟ ਪੌੜੀ ਜਿਹੜੀਆਂ ਪੰਕਤੀਆਂ ਨੇ, ਜਿਨ ਕੇ ਚੋਲੇ ਰਤੜੇ ਪਿਆਰੇ,
ਇਹ ਹੁਣ ਕਿਹੜੇ ਚੋਲਿਆਂ ਦੀ, ਕਿਹੜੇ ਤਨ ਦੀ ਗੱਲ? ਚੋਲਾ ਇੱਥੇ ਨਹੀਂ, ਫਿਰ ਮੈਂ ਬੇਨਤੀ ਕਰਦਾ, ਚੋਲਾ ਆ ਨਹੀਂ ਜਿਹੜਾ ਮੈਂ ਪਾ ਕੇ ਬੈਠਾ, ਚੋਲਾ ਉਹ ਨਹੀਂ ਕੋਈ ਨੀਲਾ ਭਗਵਾ ਖੱਟਾ ਕੋਈ ਪਾ ਕੇ ਬੈਠਾ, ਉਸ ਚੋਲੇ ਦੀ ਗੱਲ ਨਹੀਂ ਹੈ ਇੱਥੇ। ਸਰੀਰ ਰੂਪੀ, ਤਨ ਰੂਪੀ ਆ ਅੰਦਰ ਜਿਹੜਾ ਚੋਲਾ ਹੈ ਨਾ, ਇਹਦੀ ਗੱਲ ਹੈ। ਅਸੀਂ ਇਹਨੂੰ ਸਮਝਣਾ, ਭਾਵ ਨੂੰ ਸਮਝਿਓ। ਸਤਿਗੁਰੂ ਜੀ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਜਿਨ੍ਹਾਂ ਦੇ ਚੋਲੇ ਨਾਮ ਦੇ, ਜਿਨ੍ਹਾਂ ਦੇ ਚੋਲੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਆ, ਕਹਿੰਦੇ ਰੱਬ ਹੀ ਉਹਨਾਂ ਦੇ ਕੋਲ ਹੈ, ਕਿਉਂਕਿ ਉਹਨਾਂ ਦੇ ਕੋਲ ਹੰਕਾਰ ਹੀ ਨਹੀਂ। ਵੈਸੇ ਬਾਣੀ ਦੇ ਅੰਦਰ ਨਾ ਰੂਹਾਨੀਅਤ ਦਾ ਇੱਕ ਚਲੋ ਅੱਜ ਦੇ ਜਿਹੜੇ ਸਾਡੇ ਵਿਦਵਾਨ ਨੇ ਉਹ ਨਹੀਂ ਮੰਨਦੇ ਇਸ ਗੱਲ ਨੂੰ, ਪਰ ਜਿਹੜੇ ਥੋੜ੍ਹੀ ਜਿਹੀ ਰੂਹਾਨੀਅਤ ਦੇ ਵਿੱਚ ਜਿਉਂਦੇ ਆ ਜਾਂ ਪਰਮਾਰਥ ਦੇ ਰਾਹ 'ਤੇ ਤੁਰਦੇ ਆ, ਧਰਮ ਦੇ ਰਾਹ 'ਤੇ ਤੁਰਦੇ ਆ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਧਰਮੀ ਪੁਰਖ, ਉਹ ਇਹ ਗੱਲ ਨੂੰ ਮੰਨਦੇ ਆ ਕਿ ਰੂਹਾਨੀਅਤ ਦਾ ਰੰਗ ਲਾਲ ਰੰਗ ਹੁੰਦਾ ਹੈ। ਕੱਚਾ ਰੰਗ ਤਾਂ ਦੁਨੀਆ ਹਰ ਸਾਲ ਖੇਡਦੀ ਹੈ, ਉਹਨੂੰ ਸਤਿਗੁਰੂ ਜੀ ਕਹਿੰਦੇ ਆ ਕੱਚਾ ਰੰਗ ਕੁਸੁੰਭ ਕਾ ਥੋੜੜਿਆਂ ਦਿਨ ਚਾਰ। ਉਹਨੇ ਤਨ 'ਤੇ ਕੀ ਅਸਰ ਕਰਨਾ, ਉਹਨੇ ਸਰੀਰ 'ਤੇ ਕੀ ਅਸਰ ਕਰਨਾ? 2 ਦਿਨ ਹੈ, ਤੀਜੇ ਦਿਨ ਧੋਤਾ ਗਿਆ, ਆਪਾਂ ਮੂੰਹ ਉੱਦਾਂ ਹੀ ਸ਼ਿੰਗਾਰ ਲੈਣੇ ਹੈ ਨਾ ਜੀ, ਉੱਦਾਂ ਦੇ ਉੱਦਾਂ ਹੀ। ਪਰ ਸਤਿਗੁਰੂ ਜੀ ਕਹਿੰਦੇ ਆ ਇੱਕ ਰੰਗ ਹੈ, ਇੱਕ ਰੰਗ ਹੈ ਮਜੀਠ ਦਾ, ਉਹ ਜਦੋਂ ਲੱਗ ਜਾਂਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਫਿਰ ਲੈਂਦਾ ਨਹੀਂ। ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਂ, ਰੂਹਾਨੀਅਤ ਦੇ ਰਾਹ 'ਤੇ ਤੁਰਨ ਵਾਲਾ, ਪਰਮਾਰਥ ਦੇ ਰਾਹ 'ਤੇ ਤੁਰਨ ਵਾਲਾ ਇੱਕ ਰੰਗ ਮੰਨਦਾ ਹੈ, ਜਿਹੜਾ ਰੂਹ ਦਾ ਰੰਗ ਹੈ, ਹਿਰਦੇ ਦਾ ਰੰਗ ਹੈ, ਜਿਹਦੇ ਨਾਲ ਤਨ ਸ਼ਿੰਗਾਰਿਆ ਜਾਂਦਾ ਅੰਦਰੋਂ ਵੀ ਬਾਹਰੋਂ ਵੀ। ਉਹ ਕਿਹੜਾ ਰੰਗ ਹੈ? ਜਿਨ ਕੇ ਚੋਲੇ ਰਤੜੇ ਪਿਆਰੇ। ਕਿਹੜਾ ਰੰਗ ਮੰਨਦੇ ਆ ਉਹ ਰੰਗ ਬਾਣੀ ਨੇ ਜ਼ਿਕਰ ਕੀਤਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲੱਗੈ ਦਾਗਾ। ਇਹ ਉਹਨਾਂ ਨੇ ਰੰਗ ਮੰਨਿਆ ਜਿਹੜੇ ਰੂਹਾਨੀਅਤ ਦੇ ਰਾਹ 'ਤੇ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਗਤਾਂ ਦੀ ਬਾਣੀ ਉਹਨਾਂ ਨੇ ਵੀ ਜ਼ਿਕਰ ਕੀਤਾ, ਗੁਰੂ ਸਾਹਿਬਾਨਾਂ ਨੇ ਜ਼ਿਕਰ ਕੀਤਾ। ਸੋ ਸਤਿਗੁਰੂ ਜੀ ਕਹਿੰਦੇ ਆ ਜਿਨ੍ਹਾਂ ਨੂੰ ਇਹ ਰੰਗ ਲੱਗ ਗਿਆ, ਉਹ ਲਾਲ ਰੰਗ, ਉਹ ਨਿਰੰਕਾਰ ਦੇ ਰੰਗ ਵਿੱਚ ਰੰਗੇ ਗਏ। ਸਤਿਗੁਰੂ ਜੀ ਕਹਿੰਦੇ ਇਹ ਉਹ ਰੰਗ ਜੇ ਜਿਹਦੇ ਲੱਗਣ ਦੇ ਨਾਲ ਕਦੀ ਸਰੀਰ ਮੈਲਾ ਨਹੀਂ ਹੁੰਦਾ। ਸਰੀਰ ਰੂਪੀ ਚੋਲਾ, ਤਨ ਰੂਪੀ ਚੋਲਾ ਕਦੀ ਮੈਲਾ ਨਹੀਂ ਹੁੰਦਾ। ਦੁਨੀਆ ਦੇ ਜਿੰਨੇ ਰੰਗ ਨੇ, ਕੱਪੜੇ ਵੀ ਖਰਾਬ ਕਰੇਗਾ ਤੇ ਤਨ ਵੀ ਖਰਾਬ ਕਰੇਗਾ। ਇਹੀ ਹੁੰਦਾ ਨਾ, ਕਈਆਂ ਨੂੰ ਦੁਨਿਆਵੀ ਰੰਗਾਂ ਤੋਂ ਅਲਰਜੀ ਵੀ ਹੁੰਦੀ ਹੈ, ਖਰਾਬ ਹੋ ਗਿਆ ਤਨ, ਖਰਾਬ ਹੋ ਗਿਆ, ਕੱਪੜਿਆਂ ਤੇ ਪਿਆ, ਕੱਪੜੇ ਖਰਾਬ ਹੋ ਗਏ। ਪਰ ਸਤਿਗੁਰੂ ਜੀ ਕਹਿੰਦੇ ਕਿੰਨਾ ਕਮਾਲ ਦਾ ਮੈਂ ਤੈਨੂੰ ਰੰਗ ਦਿੰਨਾ, ਲਾਲ ਰੰਗ, ਨਾ ਤੇ ਕਦੀ ਮੈਲਾ ਹੋਏਗਾ ਤੇ ਨਾ ਹੀ ਕਦੀ ਇਹ ਤੈਨੂੰ ਦਾਗ ਲੱਗਣ ਦੇਗਾ। ਜੇ ਤੂੰ ਲਾਉਣਾ ਹੀ ਹੈ, ਸੱਚ ਨਾਮ ਦਾ ਰੰਗ ਲਾ। ਜਿਨ੍ਹਾਂ ਨੂੰ ਸੱਚ ਨਾਮ ਦੀ ਪਾਹ ਚੜ੍ਹਦੀ ਹੈ, ਅਸਲ ਵਿੱਚ ਉਹੀ ਇਸ ਪਾਸੇ ਆਉਂਦੇ ਆ। ਸੋ ਮੈਂ ਬੇਨਤੀ ਕਰਦਾ ਸਾਂ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਦੂਜੀ ਬੇਨਤੀ ਨਾਲ ਫਿਰ ਸੁਣ ਲਿਓ, ਇਹ ਰੰਗ ਇਵੇਂ ਨਹੀਂ। ਸਤਿਗੁਰੂ ਜੀ ਕਹਿੰਦੇ ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਇਹ ਰੰਗ ਉਦੋਂ ਹੀ ਲੱਗਦਾ ਜਦੋਂ ਉਹਦੀ ਨਦਰ ਹੋ ਜਾਏ, ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਸਾਰੀ ਜ਼ਿੰਦਗੀ ਤਨ ਹੰਕਾਰ ਦੇ ਰੰਗ ਵਿੱਚ ਹੀ ਰੰਗਿਆ ਰਹਿੰਦਾ। ਇਹ ਨਦਰ ਹੁੰਦੀ ਹੈ, ਇਹ ਬਖਸ਼ਿਸ਼ ਹੁੰਦੀ ਹੈ। ਜਿਨ੍ਹਾਂ ਨੂੰ ਪਤਾ ਸੀ ਕਿ ਵੀ ਇਹ ਤਨ ਫਨਾ ਹੋਏਗਾ, ਜਿਨ੍ਹਾਂ ਨੂੰ ਪਤਾ ਸੀ ਇਹ ਸਰੀਰ ਖਤਮ ਹੋਏਗਾ, ਉਹਨਾਂ ਨੇ ਥੋੜਾ ਜਿਹਾ ਆਪਣੇ ਆਪ ਨੂੰ ਚੁੱਕਿਆ ਇਸ ਤਨ ਤੋਂ। ਉਹਨਾਂ ਨੇ ਇੱਕ ਗੱਲ ਆਖੀ, ਮਨ ਨਾ ਡਿਗੈ ਤਨ ਕਾਹੇ ਕੁੜ ਰਾਖੀ। ਉਹਨਾਂ ਨੇ ਆਪਣੇ ਤਨ ਦੀ ਵੀ ਗੱਲ ਕੀਤੀ, ਮਨ ਦੀ ਵੀ ਗੱਲ ਕੀਤੀ। ਭਾਵ ਮਨ ਨੂੰ ਇੰਨਾ ਉੱਚਾ ਕਰ ਲੈ, ਜੇ ਕੱਲ ਨੂੰ ਸਰੀਰ ਬਿਨਸ ਵੀ ਗਿਆ, ਰੱਬ ਦੀ ਯਾਦ ਦੇ ਨਾਲ ਰੱਬ ਦੇ ਘਰ ਸਹਾਰਾ ਤੇ ਮਿਲ ਜਾਏਗਾ ਨਾ, ਰੱਬ ਨੂੰ ਯਾਦ ਤੇ ਕੀਤਾ ਹੋਵੇਗਾ। ਸੋ ਬੇਨਤੀ ਕਰਨ ਲੱਗਾ ਸਾਂ ਆਪ ਜੀ ਦੇ ਚਰਨਾਂ ਵਿੱਚ, ਜਿਨ੍ਹਾਂ ਨੇ ਆਪਣੇ ਆਪ ਨੂੰ ਥੋੜਾ ਜਿਹਾ ਰੱਬ ਦੇ ਵਾਲੇ ਪਾਸੇ ਲਾਇਆ ਨਾ, ਨਿਰੰਕਾਰ ਦੇ ਪਾਸੇ ਲਾਇਆ, ਉਹਨਾਂ ਨੇ ਤਨ ਕਰਕੇ, ਮਨ ਕਰਕੇ ਸਿੱਖੀ ਸਵਾਸਾਂ ਦੇ ਨਾਲ ਸਿਦਕ ਨੂੰ ਜਿੱਤ ਲਿਆ। ਸਿੱਖੀ ਸਵਾਸਾਂ ਸੰਗ ਵੀ ਨਿਭਾ ਦਿੱਤੀ ਤੇ ਸਿਦਕ ਨੂੰ ਵੀ ਨਹੀਂ ਹਾਰਨ ਦਿੱਤਾ। ਭਾਈ ਤਾਰੂ ਸਿੰਘ ਦਾ ਜ਼ਿਕਰ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਚਲੋ ਇਤਿਹਾਸ ਦੇ ਅੰਦਰ ਹੋਰ ਵੀ ਅਨੇਕਾਂ ਨੇ, ਜਿਵੇਂ ਭਾਈ ਸੁਬੇਗ ਸਿੰਘ, ਭਾਈ ਸ਼ਾਬਾਜ ਸਿੰਘ ਚਰਖੜੀਆਂ ਤੇ ਚੜ੍ਹ ਗਏ,
ਉਹਨਾਂ ਨੂੰ ਵੀ ਇਹੀ ਗੱਲ ਆਖੀ ਗਈ ਸੀ, ਉਹ ਤਨ ਦੁਬਾਰਾ ਨਹੀਂ ਜੇ ਮਿਲਦਾ, ਸਰੀਰ ਦੁਬਾਰਾ ਨਹੀਂ ਤੁਹਾਨੂੰ ਮਿਲਣਾ, ਕਿਉਂਕਿ ਇਹ ਤਾਂ ਤੁਹਾਡਾ ਬਾਪੂ ਇੱਕ ਗੱਲ ਇਹ ਕਹਿੰਦਾ ਹੈ ਕਿ ਵੀ ਅਸਲ ਦੇ ਵਿੱਚ ਬੜਾ ਕੀਮਤੀ ਹੈ, ਤੇ ਕੀਮਤੀ ਚੀਜ਼ ਨੂੰ ਤੇ ਭਲਿਓ ਹਰੇਕ ਬੰਦਾ ਬਚਾਉਣ ਦੀ ਕੋਸ਼ਿਸ਼ ਕਰਦਾ, ਤੇ ਤੁਸੀਂ ਇਹਨੂੰ ਆਰਿਆਂ ਥੱਲੇ ਦੇਣ ਨੂੰ ਫਿਰਦੇ ਹੋ। ਬਚਾ ਲਓ ਜੇ ਬਚਾ ਸਕਦੇ ਹੋ, ਬਸ ਸਾਡੀਆਂ ਆ ਇੱਕ ਦੋ ਗੱਲਾਂ ਮੰਨ ਲਓ, ਤੁਹਾਨੂੰ ਛੱਡ ਦਿਆਂਗੇ। ਕੀ ਕਿਹਾ ਉਹਨਾਂ ਨੇ ਭਲਾ? ਕਹਿਣ ਲੱਗੇ ਮੁਸਲਮਾਨ ਬਣ ਜਾਓ। ਤੇ ਉਹ ਕਿੰਨੇ ਸਿਦਕੀ ਤੇ ਕਿੰਨੇ ਸਿਰੜੀ ਸਿੱਖ ਸਨ। ਉਹਨਾਂ ਨੇ ਆਖਿਆ ਉਹ ਤਨ ਤੇ ਫਨਾ ਹੋ ਜਾਏਗਾ, ਰੱਬ ਵਾਲੇ ਪਾਸਿਓਂ ਟੁੱਟ ਗਏ, ਤੇ ਇਸ ਤਨ ਦੀ ਕੀਮਤ ਨਿਰ ਗੁਰੂ ਦੇ ਘਰ ਨਹੀਂ ਪੈਣੀ। ਤਨ ਨੂੰ ਥੋੜ੍ਹਾ ਵੇਖਣਾ ਉਹਨੇ ਤਾਂ ਸਾਡਾ ਮਨ ਸ਼ਿੰਗਾਰਿਆ ਹੋਇਆ ਵੇਖਣਾ। ਉਹਨਾਂ ਨੇ ਆਖਿਆ ਚਰਖੜੀਆਂ ਤੇ ਚੜ੍ਹਨਾ ਮਨਜ਼ੂਰ ਹੈ, ਬੰਦ ਬੰਦ ਕਟਾਣਾ ਮਨਜ਼ੂਰ ਹੈ, ਖੋਪਰ ਲੁਹਾ ਦੇਣਾ ਮਨਜ਼ੂਰ ਹੈ, ਪਰ ਅਸਲ ਅਸੀਂ ਤਨ ਕਰਕੇ ਤੇ ਮਨ ਕਰਕੇ ਤੇਰੇ ਅੱਗੇ ਝੁਕਣਾ ਨਹੀਂ ਚਾਹੁੰਦੇ। ਅਸਲ ਇਹ ਕਹਾਣੀਆਂ ਜਿਹੜੇ ਆਪਣੇ ਤਨ ਦੀ ਗੱਲ ਨੂੰ ਸਮਝ ਗਏ। ਹੋਰ ਅਨੇਕਾਂ ਉਦਾਹਰਨਾਂ ਨੇ ਆਪਾਂ ਵੇਖਦੇ ਹਾਂ ਇਤਿਹਾਸ ਦੇ ਅੰਦਰ, ਅਨੇਕਾਂ ਉਦਾਹਰਨਾਂ, ਭਾਵੇਂ ਛੋਟੇ ਸਾਹਿਬਜ਼ਾਦਿਆਂ ਦੀਆਂ ਉਦਾਹਰਨਾਂ ਲੈ ਲਈਏ। ਨੀਹਾਂ ਵਿੱਚ ਚਿਣਨ ਤੋਂ ਪਹਿਲਾਂ ਉਹਨਾਂ ਨੂੰ ਵੀ ਇਹ ਗੱਲ ਕਹੀ ਗਈ, ਨਿੱਕੀਆਂ ਜਿੰਦਾਂ ਨੇ, ਨਿੱਕੇ ਨਿੱਕੇ ਸਰੀਰ ਨੇ, ਕੋਮਲ ਸਰੀਰ ਨੇ, ਦਾਦੀ ਨੇ ਬੜੇ ਲਾਡਾਂ ਦੇ ਨਾਲ ਪਾਲਿਆ। ਕਿਹਦਾ ਜੀ ਕਰਦਾ ਹੈ ਚਿਣਨ ਨੂੰ ਨੀਹਾਂ ਦੇ ਵਿੱਚ? ਜਲਾਦ ਚਿਣਨ ਤੋਂ ਪਹਿਲਾਂ ਇੱਕ ਗੱਲ ਕਹਿੰਦਾ, ਸਰੀਰ ਬਚਾ ਲਓ, ਤਨ ਬਚਾ ਲਓ, ਆਪਣਾ ਆਪ ਬਚਾ ਲਓ, ਜਗੀਰਾਂ ਦੇ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਮਾਫ ਕਰਨਾ। ਉਹਨਾਂ ਨੇ ਆਖਿਆ ਕਿ ਵੀ ਨੀਹਾਂ ਦੇ ਵਿੱਚ ਚਿਣਿਆ ਜਾਵਾਂਗੇ, ਗੁਰੂ ਵੱਲੋਂ ਪਿੱਟ ਹੋ ਗਈ ਤੇ ਗੁਰੂ ਘਰ ਥਾਂ ਨਹੀਂ ਮਿਲਣੀ, ਤਨ ਤੇ ਫਿਰ ਵੀ ਮਿਲ ਜਾਏਗਾ, ਕੀ ਪਤਾ ਕਦੋਂ ਮਿਲਦਾ। ਕੋਈ ਗੱਲ ਨਹੀਂ, ਗੁਰੂ ਦੁਆਰਾ ਨਹੀਂ ਮਿਲਣਾ। ਤੇ ਮੈਂ ਇੱਥੇ ਬੇਨਤੀ ਤੁਹਾਡੇ ਚਰਨਾਂ ਵਿੱਚ ਇੱਕ ਕਰਨੀ ਚਾਹੁੰਦਾ, ਬਾਹਰੀ ਤਨ ਦੀ ਨੁਮਾਇਸ਼ ਕਰਦਿਆਂ ਕਰਦਿਆਂ ਅਸੀਂ ਗੁਰੂ ਤੋਂ ਬੇਮੁਖ ਹੋ ਗਏ, ਕਿਉਂਕਿ ਸਾਨੂੰ ਵੀ ਹੰਕਾਰ ਹੈ। ਅਸੀਂ ਸਿਰਫ ਆਪਣੇ ਆਪ ਨੂੰ ਸ਼ਿੰਗਾਰਨ ਤੇ ਜ਼ੋਰ ਦੇ ਦਿੱਤਾ, ਕਿਉਂਕਿ ਨੁਮਾਇਸ਼ ਕੀਤੀ ਆਪਾਂ। ਫਿਰ ਮੇਰੀ ਬੇਨਤੀ ਨੂੰ ਧਿਆਨ ਕਰਿਓ, ਤਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਗਰਭ ਕਰਤ ਹੈ ਦੇਖੋ, ਇੰਨਾ ਹੰਕਾਰ ਹੋ ਗਿਆ। ਗੁਰੂ ਨੇ ਆਖਿਆ ਸੀ ਉਹ ਤੇਰੇ ਤਨ ਤੇ ਕੇਸ ਤੇਰੇ ਆਪਣੇ ਨਹੀਂ, ਇਹ ਨਿਰੰਕਾਰ ਦੇ ਦਿੱਤੇ ਹੋਏ ਆ। ਇਹ ਸਜਾਵਟ ਰੱਬ ਨੇ ਤੈਨੂੰ ਸਜਾਈ ਹੋਈ ਹੈ, ਇਹਨੂੰ ਨਾਈਆਂ ਦੇ ਆ ਬਿਊਟੀ ਪਾਰਲਰਾਂ ਤੇ ਜਾ ਕੇ ਗੁਰੂ ਤੋਂ ਬੇਮੁਖ ਨਾ ਹੋ। ਆਪਾਂ ਇੰਨੇ ਹੰਕਾਰ ਵਿੱਚ ਆ ਗਏ, ਆਪਾਂ ਇੱਕ ਵੀ ਗੱਲ ਗੁਰੂ ਦੀ ਸੁਣੀ ਨਹੀਂ, ਆਪਾਂ ਉਹੀ ਕੀਤਾ ਜੋ ਸੰਸਾਰ ਨੇ ਕੀਤਾ। ਦੂਜੀ ਬੇਨਤੀ, ਗੁਰੂ ਨੇ ਆਖਿਆ ਇਹ ਤਨ ਮਿਲਿਆ ਰੱਬ ਦੀ ਬੰਦਗੀ ਕਰਨ ਦੇ ਲਈ, ਸੰਸਾਰ ਦੇ ਉੱਤੇ ਇਹ ਤਨ ਮਿਲਿਆ ਰੱਬ ਦੀ ਭਗਤੀ ਕਰਨ ਦੇ ਲਈ। ਐਵੇਂ ਠੇਕਿਆਂ ਤੇ ਜੂਏ ਖਾਨਾ ਵਿੱਚ ਇਹਨੂੰ ਰੋਲ ਨਾ, ਬਰਬਾਦ ਨਾ ਕਰ। ਆਪਾਂ ਆਪਣੇ ਤਨ ਨੂੰ ਮੰਦਰ ਦੀ ਛਾਂ ਆਪਾਂ ਚੇਤੇ ਰੱਖਣਾ, ਜੂਆ ਘਰ, ਆਪਣੇ ਸਰੀਰ ਨੂੰ ਆਪਾਂ ਸ਼ਰਾਬ ਖਾਨਾ ਬਣਾ ਲਿਆ। ਤਨ ਦਾ ਇਸ ਤਰ੍ਹਾਂ ਇਸਤੇਮਾਲ ਕੀਤਾ ਆਪਾਂ। ਸਤਿਗੁਰੂ ਜੀ ਕਹਿੰਦੇ ਆ ਗਰਭ ਕਰਤਾ ਹੈ ਦੇਖੋ, ਹੰਕਾਰ ਕਰਦਾ ਹੈ ਆਪਣੇ ਸਰੀਰ ਦੇ ਉੱਤੇ, ਹੰਕਾਰ ਕਰਦਾ ਹੈ ਆਪਣੇ ਤਨ ਦੇ ਉੱਤੇ। ਤੇ ਅੱਗੇ ਜਾ ਕੇ ਅਸੀਂ ਭਾਵੇਂ ਉਹ ਬਚਨ ਨੂੰ ਵਿਚਾਰਨਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ ਬਲ ਛੁੱਟ ਕੇ ਉਹ ਬੰਧਨ ਭਰੇ। ਜਦੋਂ ਬਲ ਖਤਮ ਹੋ ਗਿਆ ਨਾ, ਬੰਧਨ ਪੈ ਗਏ, ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤੀ ਉਪਾਏ। ਤੇਰੇ ਤੋਂ ਕੁਝ ਵੀ ਫਿਰ ਉਪਾਅ ਨਹੀਂ ਹੋਣਾ। ਜਦੋਂ ਤੱਕ ਸਰੀਰ ਹੈ ਭਲਿਆ, ਉਦੋਂ ਤੱਕ ਇੱਕ ਕੰਮ ਕਰ, ਇਹਨੂੰ ਅੰਦਰੋਂ ਸ਼ਿੰਗਾਰਨ ਦਾ ਯਤਨ ਕਰ, ਅੰਦਰੋਂ ਸ਼ਿੰਗਾਰਨ ਦਾ ਯਤਨ ਕਰ। ਹੁਣ ਇੱਥੇ ਫਿਰ ਮੈਨੂੰ ਬੇਨਤੀ ਤੁਹਾਡੇ ਨਾਲ ਸਾਂਝੀ ਕਰਨੀ ਪਏਗੀ। ਇੱਕ ਸ਼ਿੰਗਾਰ ਹੁੰਦਾ ਬਾਹਰ ਦਾ, ਸਾਰੇ ਸੰਸਾਰ ਨੂੰ ਆਪਾਂ ਵੇਖ ਰਹੇ ਹਾਂ, ਬਹੁਤਾ ਜ਼ੋਰ ਅੱਜ ਬੰਦੇ ਦਾ ਉਸੇ ਪਾਸੇ। ਇੱਕ ਸ਼ਿੰਗਾਰ ਹੁੰਦਾ ਅੰਦਰ ਦਾ, ਉਹ ਸ਼ਿੰਗਾਰ ਬੜਾ ਕਮਾਲ ਦਾ ਹੁੰਦਾ ਹੈ। ਸਤਿਗੁਰੂ ਜੀ ਨੇ ਉਸੇ ਸ਼ਿੰਗਾਰ ਨੂੰ ਹੀ ਸਲਾਖਿਆ ਹੈ, ਉਸੇ ਸ਼ਿੰਗਾਰ ਨੂੰ ਵੇਖਦੇ ਆ ਜਿਨ੍ਹਾਂ ਨੇ ਅੰਦਰੋਂ ਆਪਣੇ ਆਪ ਨੂੰ ਸ਼ਿੰਗਾਰ ਲਿਆ, ਉਹਨਾਂ ਨੂੰ ਹੀ ਸਤਿਗੁਰੂ ਜੀ ਨੇ ਆਖਿਆ ਸਈ ਸੁੰਦਰ ਸੋਹਣੇ। ਉਹ ਬੜੇ ਸੋਹਣੇ ਆ, ਉਹ ਬੜੇ ਸੁੰਦਰ ਨੇ। ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਗੁਰੂ ਦੀ ਸੰਗਤ ਵਿੱਚ ਆ ਗਏ। ਤੇ ਇੱਕ ਬਚਨ ਅਕਸਰ ਆਪਾਂ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ
पेसा ਉਹਦੇ ਕੋਲ आ के बह ਜਿਹਦੇ ਕੋਲ बैठिया सोहने लगीए हिरदा शंगारिया जाए। सतगुरु जी कहते सज्जन गुरु दे कोल आ के बह। यह है अंदर दा शंगार। गुरु अंदर दा शंगार वेखदा है, बाहरी रूप नहीं। बाहरों भावें जिवें दा मर्जी होवे, पाटे लीड़े कपड़े होण, रूप ना होवे, अरूप भावें होवे, सतगुरु जी कहते बाहर दे नाल संबंध नहीं है, संबंध ते अंदर दे नाल है। मैं बेनती फिर करा, जदों गुरु नानक महाराज सुल्तानपुर दी धरती तो तुरदे आ ना, रस्ते दे विच दीपालपुर दी धरती आउंदी है। शायद जदों आपां ज़्यादा लम्मा चौड़ा भी सफ़र नहीं, बिल्कुल कह लो कि भी लाहौर दे नाल ताले लागे तागे ही वो धरती है। कहंदे उत्ते बाहर झुग्गी दे अंदर, पिंड तो बाहर बाहर झुग्गी दे अंदर एक कोड़ी रहिंदा है। वो कोड़ी दे कोल कोई जांदा नहीं, क्योंकि तन करके रोगी है, तन करके रोगी है, कोड़ दा रोग है। गुरु नानक महाराज जी ने उस कोड़ी नूं बाहरों नहीं वेखिया। बेनती ध्यान नाल सुणिओ, गुरु हमेशा अंदर दे शिंगार नूं वेखदा है। गुरु ने उहदे अंदर दे शिंगार नूं वेख्या, क्योंकि वो रब रब करदा है। गुरु ने उन्होंने अपनी गल वकड़ी विच लै लिया। ते चेते रखना, अज असी बाहरी शिंगारां करके इस कौड़ विच पै गए। किते अंदरों गुरु नूं प्यार कीता हुंदा, गुरु सच विच गल वकड़ी विच लै लैंदा। सो सतगुरु गुरु तेग बहादुर महाराज कहंदे आ, गर्भ करत है देह को बिन सै छिन्मय मीत। हे मेरे मित्र, जिहदा तू हंकार करदा है ना, जिहदे उत्ते तू माण करदा है, एक छिन लगेगा, एक पल लगेगा, खत्म हुंदियां तैनूं पता भी नहीं लगना कि किहड़े वेले इस संसार दे उत्तों तू भौर जिहड़ा सी उडारी मार गया। सो अगली बेनती, जे प्राणी हर जस कयो, निराशता नहीं। फिर मैं बेनती ध्यान नाल आप जी दे नाल सांझी करां, निराशता पल्ले नहीं बननी। आपां गुरु दे कोलों भरोसा सिदक लैके जाना है। जिथे सतगुरु जी सानूं समझाउंदे आ, उत्थे नाल निराश करके नहीं घल्लदे, कुछ ना कुछ दे के साडी झोली विच खैर पा के सानूं तोरदे आ। रोज़ ही, अज नहीं रोज़ ही। सतगुरु जी कहंदे वेखी किते निराश ना हो जाई। मैं शरीर की गल तेरे नाल सांझी कीती, फना होएगा, पर मैं एक गल तेरे नाल ये भी सांझी करदे आ, जे प्राणी हर जस कहिओ। जिस प्राणी ने, जिस मनुख ने हरि परमात्मा दे जस नूं गाया, जिसने रब की उस्तत की, जिन्हें रब के गुणा नूं गाया, सतगुरु जी कहते ते नानक ते जग जीत। वो संसार के उत्ते जित गया। ये भावरत जिहड़े प्रोफैसर साहब सिंह जी करते आ, जिस मनुख ने परमात्मा की सिफत सलाह करनी शुरू कर दी। देखो जे हुण आपां नहीं कर रहे, जे सानू इस तन की हकीकत का अज पता लगता है, फिर सतगुरु जी कहते शुरुआत करदे ढिल ना कर, हर जपदियां ढिल ना कीजई, मेरी जिंदड़िए मत जापै सा आवे के ना आवे राम। मतां सा आवे के ना आवे, इस करके ढिल ना कर। रब नूं जपण दे विच ही बंदे दी ढिल हुंदी जे। जिन्ना मर्जी आपां संसार वेखदे आ, बंदा कहंदा मैं आ भी काम भज के कर ला, आ भी दौड़ के कर ला, कोई काम संसार दा रह ना जावे। बस जदों गल आउंदी है रब दे घर दी, जदों गल आउंदी है बाणी पढ़न दी, कहंदा कोई गल नहीं, हजे ते उमरां पईयां ने। सतगुरु जी कहंदे जे प्राणी हर जस कहिओ, जिस प्राणी ने हरि परमात्मा दे जस नूं गायन कीता, नानक ते जग जीत। हे नानक आख, उस संसार नूं जित लैंदे आ, संसार उन्हां दे वस विच हो जांदा है। सो सतगुरु गुरु तेग बहादुर महाराज कृपा करन। वैसे मौसम थोड़ा जिहा ना बड़ा खराब जा चल रहा है, गला साथ नहीं दे रहा मेरा, बुरा ही हाल है। सो जिन्नी कुछ सतगुरु जी ने बेनती कराई मैं आप जी दे नाल सांझी कीती, इन्नियां को बेनतियां प्रवान करिओ, भुल्लां दी खिमा। वाहिगुरू जी का खालसा, वाहिगुरू जी की फतेह। राम कली महला तीजा, आनंद इको ओंकार, सतगुर प्रसाद। आनंद पया मेरी माए, सतगुरु मैं पाया। राग रतन पर